ਹੈਲੋ एवरीवन ਵੈਲਕਮ ਟੂ ਆਲ। ਐਜ਼ ਯੂ ਆਲ ਨੋ ਕਿ ਅਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹਾਂ। ਪੀਐਸ ਟੈਟ ਦੀ ਤਿਆਰੀ ਦੇ ਵਿੱਚ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਗੱਲ ਕੀਤੀ ਸੀਗੀ ਪਾਰਲੀਮੈਂਟ ਦੀ, ਅਸੀਂ ਗੱਲ ਕੀਤੀ ਸੀਗੀ ਲੈਜਿਸਲੇਟਿਵ ਅਸੈਂਬਲੀ ਦੀ। ਅਸੀਂ ਦੇਖਿਆ ਸੀਗਾ ਕਿ ਕਿਵੇਂ ਲੋਕ ਸਭਾ ਦੇ ਲੋਕਾਂ ਨੂੰ ਲੋਕ ਸਭਾ ਦੇ ਲੀਡਰਸ ਨੂੰ ਆਮ ਜਨਤਾ ਵੋਟਾਂ ਪਾ ਕੇ ਇਲੈਕਟ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਦੀ ਹੈ। ਅਸੀਂ ਦੇਖਿਆ ਸੀਗਾ ਕਿ ਕਿਵੇਂ ਐਮਐਲਏ ਨੇ ਜਿਹੜੇ ਉਹਨਾਂ ਨੂੰ ਲੋਕ ਵੋਟਾਂ ਪਾ ਕੇ ਅੱਗੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਭੇਜਦੇ ਨੇ। ਠੀਕ ਹੈ, ਅਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੀਡਰਸ ਨੇ ਲਾਈਕ ਪੀਐਮ ਜਾਂ ਫਿਰ ਸੀਐਮ ਬਣਦੇ ਨੇ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਾਰਟੀ ਇਲੈਕਸ਼ਨਸ ਤੋਂ ਪਹਿਲਾਂ ਹੀ ਇਸ ਚੀਜ਼ ਨੂੰ ਅਨਾਉਂਸ ਕਰ ਦਿੰਦੀ ਆ ਕਿ ਵੀ ਸਾਡਾ ਜਿਹੜਾ ਅਗਰ ਸਾਡੀ ਸਰਕਾਰ ਬਣਦੀ ਆ ਤਾਂ ਸਾਡਾ ਜਿਹੜਾ ਪੀਐਮ ਜਾਂ ਫਿਰ ਸੀਐਮ ਹੋਊਗਾ ਉਹ ਇਹ ਵਾਲਾ ਪਾਰਟੀਕੂਲਰ ਪਰਸਨ ਹੋਊਗਾ। ਠੀਕ ਹੈ, ਇਹ ਸਾਰਾ ਕੁਝ ਅਸੀਂ ਨੇ ਡਿਸਕਸ ਕੀਤਾ ਸੀਗਾ ਪਿਛਲੀਆਂ ਵੀਡੀਓਜ਼ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕਰਨੀ ਹੈ ਗਾਇਸ ਕੰਪੋਜੀਸ਼ਨ ਆਫ ਲੋਕ ਸਭਾ ਐਂਡ ਅਦਰ ਡਿਟੇਲਸ। ਕਹਿਣ ਦਾ ਮਤਲਬ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਈਚ ਐਂਡ ਐਵਰੀ ਡਿਟੇਲ ਆਫ ਲੋਕ ਸਭਾ ਪੜ੍ਹਨੀ ਆ। ਠੀਕ ਹੈ, ਅਸੀਂ ਦੇਖਿਆ ਸੀ ਕਿ ਅਲੱਗ-ਅਲੱਗ ਕੌਨਸਟੀਚੁਐਂਸੀਜ਼ ਤੋਂ ਪਰਸਨ ਨੇ ਜਿਹੜੇ ਉਹ ਇਲੈਕਸ਼ਨ ਲੜਦੇ ਨੇ, ਕੰਪੀਟੀਸ਼ਨ ਲੜਦੇ ਨੇ। ਕੋਈ ਇੱਕ ਬੰਦਾ ਚੂਜ਼ ਹੁੰਦਾ ਹੈ ਤੇ ਉਹ ਜਾ ਕੇ ਕਿੱਥੇ ਬੈਠਦਾ ਹੈ? ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਬੈਠ ਜਾਂਦਾ ਹੈ। ਠੀਕ ਹੈ, ਪਾਰਲੀਮੈਂਟ ਦੇ ਵਿੱਚ ਚਲਾ ਜਾਂਦਾ ਹੈ। ਪਾਰਲੀਮੈਂਟ ਦੇ ਵਿੱਚ ਵੀ ਕਿੱਥੇ ਜਾਂਦਾ ਹੈ? ਲੋਕ ਸਭਾ ਦੇ ਵਿੱਚ ਜਾਂਦਾ ਹੈ। ਸੋ ਆਪਾਂ ਨੇ ਪੜ੍ਹਨਾ ਅੱਗੇ ਲੋਕ ਸਭਾ ਦਾ ਪ੍ਰੋਸੈਸ ਕੀ ਹੈ, ਲੋਕ ਸਭਾ ਦੇ ਵਿੱਚ ਕੀ ਕੁਝ ਹੁੰਦਾ ਹੈ। ਠੀਕ ਹੈ, ਉਹ ਸਾਰਾ ਕੁਝ ਆਪਾਂ ਨੇ ਡਿਸਕਸ ਕਰਨਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਲੋਕ ਸਭਾ ਨੂੰ ਲੋਕ ਸਭਾ ਤੋਂ ਪਹਿਲਾਂ ਕੀ ਕਹਿੰਦੇ ਸੀਗੇ। ਅਸਲ ਦੇ ਵਿੱਚ ਆਪਣੇ ਦੇਖਿਆ ਕਿ ਲੋਕ ਸਭਾ ਦੇ ਅਲੱਗ-ਅਲੱਗ ਨਾਮ ਨੇ, ਹੈ ਨਾ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ, ਇਹਨੂੰ ਆਪਾਂ ਲੋਅਰ ਹਾਊਸ ਵੀ ਕਹਿ ਦਿੰਦੇ ਹਾਂ, ਇਹਨੂੰ ਆਪਾਂ ਹਾਊਸ ਆਫ ਪੀਪਲਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹਨੂੰ ਆਪਾਂ ਤੇ ਇੱਕ ਲੋਕ ਸਭਾ ਵੀ ਕਹਿ ਦਿੰਦੇ ਹਾਂ। ਠੀਕ ਹੈ, ਮਤਲਬ ਲੋਕ ਸਭਾ ਦੇ ਅਲੱਗ-ਅਲੱਗ ਨੇਮ ਨੇ। ਸੋ ਅਗਰ ਆਪਾਂ ਸਟਾਰਟਿੰਗ ਕਰਦੇ ਹਾਂ ਤਾਂ ਜਿਹੜਾ ਹਾਊਸ ਆਫ ਪੀਪਲ ਆ, ਪਹਿਲਾਂ ਲੋਕ ਸਭਾ ਨੂੰ ਹਾਊਸ ਆਫ ਪੀਪਲ ਹੀ ਕਿਹਾ ਜਾਂਦਾ ਸੀਗਾ। ਬਟ ਇੱਥੇ ਤੁਸੀਂ ਡੇਟ ਧਿਆਨ 'ਚ ਰੱਖਣੀ ਆ, ਈਅਰ ਧਿਆਨ 'ਚ ਰੱਖਣਾ। 1954 ਦੇ ਵਿੱਚ ਲੋਕ ਹਾਊਸ ਆਫ ਪੀਪਲ ਨੂੰ ਕੀ ਕਿਹਾ ਜਾਣ ਲੱਗਿਆ? ਲੋਕ ਸਭਾ ਕਿਹਾ ਜਾਣ ਲੱਗਿਆ 1954 ਦੇ ਵਿੱਚ। ਠੀਕ ਹੈ, ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ? ਉਸ ਤੋਂ ਪਹਿਲਾਂ ਇਹ ਹਾਊਸ ਆਫ ਪੀਪਲ ਹੁੰਦਾ ਸੀਗਾ। ਅੰਡਰਸਟੈਂਡ? ਇਸ ਤੋਂ ਬਾਅਦ ਅਸੀਂ ਗਾਇਸ ਕੀ ਡਿਸਕਸ ਕਰਨਾ ਹੈ? ਇਸ ਤੋਂ ਬਾਅਦ ਅਸੀਂ ਡਿਸਕਸ ਕਰਨਾ ਹੈ ਕਿ ਜਿਹੜੀ ਕੰਪੋਜੀਸ਼ਨ ਆ ਲੋਕ ਸਭਾ ਦੀ, ਉਹਦੇ ਵਿੱਚ ਜਿਹੜੇ ਟੋਟਲ ਮੈਂਬਰ ਹੁੰਦੇ ਨੇ ਉਹ ਹੁੰਦੇ ਨੇ, ਮਤਲਬ ਮੈਕਸਿਮਮ ਜਿਹੜੇ ਮੈਂਬਰ ਹੁੰਦੇ ਨੇ ਉਹ ਕਿਸੇ ਟਾਈਮ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ 550 ਪਲੱਸ 2 ਹੁੰਦੇ ਨੇ। ਠੀਕ ਹੈ, ਇਹ ਹੈਗੇ ਨੇ ਤੁਹਾਡੇ ਮੈਕਸਿਮਮ। ਬਟ ਅਗਰ ਆਪਾਂ 8 ਪ੍ਰੈਜ਼ੈਂਟ ਦੀ ਗੱਲ ਕਰੀਏ, ਅਗਰ ਆਪਾਂ 8 ਪ੍ਰੈਜ਼ੈਂਟ ਦੀ ਗੱਲ ਕਰੀਏ, 8 ਪ੍ਰੈਜ਼ੈਂਟ ਸਾਡੇ ਕੋਲੇ ਮੈਂਬਰ ਹੈਗੇ ਨੇ 543 ਪਲੱਸ 2 ਹੁੰਦੇ ਨੇ ਨੋਮੀਨੇਟਡ ਮੈਂਬਰ, 2 ਹੁੰਦੇ ਨੇ ਨੋਮੀਨੇਟਡ ਮੈਂਬਰ ਤੇ 543 ਹੁੰਦੇ ਨੇ ਇਲੈਕਟਡ ਮੈਂਬਰ। ਠੀਕ ਹੈ, ਮਤਲਬ 543 ਮੈਂਬਰਸ ਨੂੰ ਆਮ ਜਨਤਾ, ਆਮ ਲੋਕ ਵੋਟ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ। ਠੀਕ ਹੈ, ਹੁਣ ਅਗਰ ਆਪਾਂ ਇਹਦੀ ਅਗਲੀ ਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਇਹਦੀ ਅਗਲੀ ਕੰਪੋਜੀਸ਼ਨ ਸਾਨੂੰ ਇਹ ਗੱਲ ਕਹਿ ਰਹੀ ਆ ਕਿ ਅਕੋਰਡਿੰਗ ਟੂ 552 530 ਮੈਂਬਰ ਨੇ ਜਿਹੜੇ ਉਹ ਅਲੱਗ-ਅਲੱਗ ਸਟੇਟਸ ਨੂੰ ਬਿਲੋਂਗ ਕਰਨਗੇ ਤੇ ਬਾਕੀ ਦੇ ਜਿਹੜੇ 20 ਮੈਂਬਰ ਨੇ ਉਹ ਅਲੱਗ-ਅਲੱਗ ਯੂਟੀਜ਼ ਤੋਂ ਆਉਣਗੇ ਤੇ ਜਿਹੜੇ 2 ਮੈਂਬਰ ਨੇ ਉਹ ਕਿਹੜੇ ਆ ਗਏ? ਉਹ ਆ ਗਏ ਨੋਮੀਨੇਟਡ ਮੈਂਬਰ। ਠੀਕ ਹੈ, 530 ਮੈਂਬਰ ਅਲੱਗ-ਅਲੱਗ ਸਟੇਟਸ ਤੋਂ, ਲਾਈਕ ਪੰਜਾਬ ਤੋਂ 13 ਮੈਂਬਰ ਨੇ, ਅਲੱਗ-ਅਲੱਗ ਸਟੇਟਸ ਤੋਂ ਅਲੱਗ-ਅਲੱਗ ਮੈਂਬਰ ਨੇ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ। ਤੇ ਟੋਟਲ ਜਿੰਨੀਆਂ ਵੀ ਆਪਣੀਆਂ ਯੂਟੀਜ਼ ਨੇ, ਯੂਟੀਜ਼ ਤੋਂ ਕਿੰਨੇ ਮੈਂਬਰ ਜਾਂਦੇ ਨੇ? ਉਹ ਹੈਗੇ ਨੇ 20 ਮੈਂਬਰ ਜੋ ਯੂਟੀਜ਼ ਤੋਂ ਜਾਂਦੇ ਨੇ। ਅਗਲੀ ਚੀਜ਼ ਗਾਇਸ ਜੋ ਅਸੀਂ ਡਿਸਕਸ ਕਰਨੀ ਆ ਉਹ ਕਿ ਇਹਨਾਂ ਜਿਹੜੇ ਮੈਂਬਰ ਚੂਜ਼ ਕੀਤੇ ਜਾਂਦੇ ਨੇ, ਜਿਹੜੇ ਇਲੈਕਟਡ ਮੈਂਬਰ ਨੇ, ਇਹਨਾਂ ਇਲੈਕਟਡ ਮੈਂਬਰਸ ਨੂੰ ਵੋਟਾਂ ਪਾਈਆਂ ਜਾਣਗੀਆਂ। ਤੇ ਓਬਵੀਅਸ ਜੀ ਗੱਲ ਆ ਕਿ ਵੋਟ ਕੌਣ ਪਾਊਗਾ? ਵੋਟ ਹਰ ਉਹ ਪਰਸਨ ਪਾਊਗਾ ਜਿਹਦੀ ਉਮਰ ਜਾਂ ਤਾਂ 18 ਹੈ ਜਾਂ ਫਿਰ ਇਸ ਤੋਂ ਜ਼ਿਆਦਾ ਹੈ। ਜਿਸ ਪਰਸਨ ਦੀ ਉਮਰ 18 ਸਾਲ
ਜਾਂ 18 ਸਾਲ ਤੋਂ ਜ਼ਿਆਦਾ ਹੈ ਉਹ ਪਰਸਨ ਇਹਨਾਂ ਲੀਡਰਸ ਨੂੰ ਵੋਟ ਪਾਊਗਾ, ਇਹਨਾਂ ਕੈਂਡੀਡੇਟਸ ਨੂੰ ਵੋਟ ਪਾਊਗਾ। ਠੀਕ ਹੈ, ਇੱਥੇ ਤੁਹਾਨੂੰ ਇੱਕ ਚੀਜ਼ ਯਾਦ ਰੱਖਣੀ ਹੈ, 1988 ਦੇ ਵਿੱਚ 61st ਅਮੈਂਡਮੈਂਟ ਹੋਈ ਸੀ। 1988 ਦੇ ਵਿੱਚ 65 ਅਮੈਂਡਮੈਂਟ ਹੋਈ ਸੀਗੀ। ਇਸ ਅਮੈਂਡਮੈਂਟ ਦੇ ਅਕੋਰਡਿੰਗ ਜਿਹੜੀ ਵੋਟਿੰਗ ਏਜ ਵੋਟ ਪਾਉਣ ਦੀ ਉਮਰ 21 ਸਾਲ ਤੋਂ ਰਿਡਿਊਸ ਕਰਕੇ 18 ਸਾਲ ਕੀਤੀ ਗਈ ਸੀਗੀ। मतलब कि 1988 ਤੋਂ ਪਹਿਲਾਂ ਜਿਹੜੀਆਂ ਵੋਟਾਂ ਪਾਈਆਂ ਜਾਂਦੀਆਂ ਸੀਗੀਆਂ ਲੋਕਾਂ ਦੁਆਰਾ, ਉਹਦੇ ਵਾਸਤੇ ਉਮਰ ਕਿੰਨੀ ਹੋਣੀ ਚਾਹੀਦੀ ਸੀਗੀ? ਉਹਦੇ ਵਾਸਤੇ 21 ਸਾਲ ਉਮਰ ਹੋਣੀ ਚਾਹੀਦੀ ਸੀਗੀ। ਬਟ 61st ਅਮੈਂਡਮੈਂਟ ਦੇ ਅਕੋਰਡਿੰਗ ਆਫਟਰ 1988 ਜਿਹੜੀ ਉਮਰ ਕਰ ਦਿੱਤੀ ਗਈ ਉਹ 18 ਸਾਲ ਕਰ ਦਿੱਤੀ ਗਈ। ਠੀਕ ਹੈ, ਮੈਂ ਉਮੀਦ ਕਰਦਾ ਕਿ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਣਾ। ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਤੁਸੀਂ ਸਮਝਣੀ ਆ, मैं हुणे तुहानूं एक चीज़ दसी आ कि जिहड़े दो मैंबर ने वो नॉमीनेट किए जाते हैं। दो मैंबर ने जिहड़े वो नॉमीनेटेड हुंदे ने, है ना। बट इत्थे गाइस तुसीं एक चीज़ ध्यान च रखनी आ, नॉमीनेटेड मैंबर की जदों असीं गल करदे आ तां इह वाली प्रोविजन आ जिहड़ी इह 1960 तक सीगी, 1960 तक सीगी। बट इहनूं एक्सटेंड करदे गए 2020 ले आंदा ते फाइनली 2020 ਦੇ ਵਿੱਚ ਨੋਮੀਨੇਸ਼ਨਾਂ ਜਿਹੜੀ ਉਸਨੂੰ ਡਿਸਮਿਸ ਕਰ ਦਿੱਤਾ ਗਿਆ। ਕਹਿਣ ਦਾ ਮਤਲਬ ਇਨ ਫਿਊਚਰ ਜਿਹੜੇ ਵੀ ਇਲੈਕਸ਼ਨ ਹੋਣਗੇ, ਲਾਈਕ 2024 ਚ ਜਿਹੜੇ ਇਲੈਕਸ਼ਨ ਹੋਣਗੇ, ਉਹਨਾਂ ਇਲੈਕਸ਼ਨਸ ਦੇ ਵਿੱਚ ਆਹ ਦੋ ਨੋਮੀਨੇਟਡ ਮੈਂਬਰ ਨਹੀਂ ਹੋਣਗੇ। ਇਸ ਚੀਜ਼ ਦਾ ਖਿਆਲ ਰੱਖਿਓ। ਇਹਨਾਂ ਨੂੰ ਨੋਮੀਨੇਟਡ ਮੈਂਬਰਸ ਨੂੰ ਕਦੋਂ ਖਤਮ ਕੀਤਾ ਹੈ? ਇਹਨਾਂ ਨੂੰ ਖਤਮ ਕੀਤਾ ਹੈ 2020 ਦੇ ਵਿੱਚ 95th ਅਮੈਂਡਮੈਂਟ ਦੇ ਜ਼ਰੀਏ, 95 ਨੰਬਰ ਅਮੈਂਡਮੈਂਟ ਦੇ ਜ਼ਰੀਏ 1920 ਦੇ ਵਿੱਚ 2020 ਦੇ ਵਿੱਚ ਇਹਨਾਂ ਦੋ ਨੋਮੀਨੇਟਡ ਮੈਂਬਰਸ ਨੂੰ ਡਿਸਮਿਸ ਕਰਤਾ, ਖਤਮ ਕਰਤਾ, ਸਸਪੈਂਡ ਜੋ ਮਰਜ਼ੀ ਲਗਾ ਲਓ ਉਹ ਕਰਤਾ, ਮਤਲਬ ਅੱਗੇ ਤੋਂ ਇਹ ਨਹੀਂ ਆਉਣਗੇ। ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਹੈ, ਉਹ ਇੱਕ ਚੀਜ਼ ਕੀ ਆ ਕਿ ਸਾਡੀਆਂ ਜਿਹੜੀਆਂ ਵਾਲੀਆਂ ਸੀਟਾਂ ਨੇ ਨਾ 543 ਜਿਹੜੀਆਂ ਵਾਲੀਆਂ ਸੀਟਸ ਨੇ ਨਾ, ਇਹਨਾਂ ਸੀਟਸ ਦੇ ਵਿੱਚੋਂ ਕੁਝ ਇੱਕ ਸੀਟਸ ਕੈਟੇਗਰੀਜ਼ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਨੇ। ਇਹਨਾਂ ਸੀਟਸ ਦੇ ਵਿੱਚੋਂ ਕੁਝ ਇੱਕ ਸੀਟਸ ਕੈਟੇਗਰੀਜ਼ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਨੇ। ਕਿਵੇਂ ਰਿਜ਼ਰਵ ਕੀਤੀਆਂ ਹੋਈਆਂ ਨੇ? ਤੁਸੀਂ ਜਦੋਂ ਆਪਣੇ ਲੋਕਲ ਗਵਰਨਮੈਂਟ ਕੀਤੀ ਸੀਗੀ, ਤੁਸੀਂ ਲੋਕਲ ਗਵਰਨਮੈਂਟ ਦੇ ਵਿੱਚ ਦੇਖਿਆ ਹੋਏਗਾ ਕਿ 1/3 ਜਿਹੜੀਆਂ ਸੀਟ ਸੀਗੀਆਂ ਉਹ ਆਪਣੇ ਵੀਮਨ ਨੂੰ ਰਿਜ਼ਰਵ ਕਰਤੀਆਂ ਸੀਗੀਆਂ ਕਿ ਲੋਕਲ ਗਵਰਨਮੈਂਟ ਦੇ ਵਿੱਚ 1/3 ਸੀਟਾਂ ਦੇ ਉੱਪਰ ਕੌਣ ਇਲੈਕਸ਼ਨ 'ਚ ਖੜੂਗਾ? ਵੀਮਨ ਖੜਨਗੇ ਇਲੈਕਸ਼ਨ ਦੇ ਵਿੱਚ, ਹੈ ਨਾ। ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ 543 ਮੈਂਬਰਸ ਦੀ, 543 ਮੈਂਬਰਸ ਦੇ ਵਿੱਚੋਂ ਕੁਝ ਇੱਕ ਸੀਟਾਂ ਨੇ ਜਿਹੜੀਆਂ ਐਸਸੀ ਭਾਈਚਾਰੇ ਨੂੰ ਕੀਤੀਆਂ ਹੋਈਆਂ ਨੇ ਰਿਜ਼ਰਵ, ਤੇ ਕੁਝ ਇੱਕ ਸੀਟਾਂ ਨੇ ਜਿਹੜੀਆਂ ਐਸਟੀ ਭਾਈਚਾਰੇ ਨੂੰ ਰਿਜ਼ਰਵ ਕੀਤੀਆਂ ਹੋਈਆਂ। ਮਤਲਬ ਕੁਝ ਸੀਟਾਂ ਸ਼ੈਡਿਊਲ ਕਾਸਟ ਨੂੰ ਰਿਜ਼ਰਵ ਕੀਤੀਆਂ ਹੋਈਆਂ ਨੇ, ਕੁਝ ਸੀਟਾਂ ਸ਼ੈਡਿਊਲ ਟ੍ਰਾਈਬਸ ਨੂੰ ਰਿਜ਼ਰਵ ਕੀਤੀਆਂ ਹੋਈਆਂ ਨੇ। ਤੇ ਇੱਥੇ ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਵਾਲੀਆਂ ਜਿਹੜੀਆਂ ਸੀਟਾਂ ਨੇ ਇਹ ਸਿਰਫ 10 ਸਾਲ ਵਾਸਤੇ, ਜਦੋਂ ਆਪਣਾ ਕਨਸਟੀਟਿਊਸ਼ਨ ਬਣਿਆ ਸੀਗਾ ਉਦੋਂ ਸਿਰਫ 10 ਸਾਲ ਵਾਸਤੇ ਇਹਨਾਂ ਨੂੰ ਰੱਖਿਆ ਗਿਆ ਸੀਗਾ। Originally this reservation was to operate for 10 years only, परंतु ਜਿਹੜੀ ਇਹ ਵਾਲੀ मतलब हैगी आ रिजर्वेशन ਇਹ हर 10 साल वास्ते ਅੱਗੇ ਦੇ ਅੱਗੇ एक्सटेंड ਹੁੰਦੀ ਗਈ ਤੇ ਬਾਕਾਇਦਾ ਹੁਣ ਵੀ एक्सटेंड ਹੁੰਦੀ ਰਹਿੰਦੀ ਹੈ। ਜਿਹੜੀ ਇਸ ਵਾਲੀ हैगी आ SC ST ਦੀ ਰਿਜ਼ਰਵੇਸ਼ਨ ਉਹ ਅੱਗੇ 2020 ਤੱਕ एक्सटेंड ਕੀਤੀ ਹੋਈ ਸੀਗੀ। ਹੁਣ ਫਰਦਰ ਇਲੈਕਸ਼ਨਸ 'ਚ ਦੇਖਦੇ ਹਾਂ ਕਿ ਕਿਵੇਂ एक्सटेंड ਹੁੰਦੀ ਹੈ ਨਹੀਂ ਹੁੰਦੀ। ठीक है, लास्ट जी एक्सटेंशन हुई आ वो 2000 अमेंडमेंट हुई सी 2009 ਦੇ ਵਿੱਚ 95 अमेंडमेंट जी अपन पहला डिस्कस की ही 2020 तक एक्सटेंड करती सी SC और ST दी रिजर्वेशन। हुण सवाल यह आ कि 543 ਦੇ ਵਿੱਚੋਂ SC कैटेगरी ਨੂੰ ਕਿੰਨੀਆਂ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ ਤੇ ST कैटेगरी ਨੂੰ ਕਿੰਨੀਆਂ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ। ਤਾਂ ਇਹਨਾਂ ਨੂੰ ਵੀ ਨੋਟ ਕਰ ਲਓ
एससी कैटागरी ਨੂੰ ਰਿਜ਼ਰਵ ਕਰਨ ਵਾਲੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਗਿਣਤੀ ਹੈਗੀ ਆ 84 84 ਸੀਟਾਂ एससी कैटागरी ਨੂੰ ਰਿਜ਼ਰਵ ਕੀਤੀਆਂ ਹੋਈਆਂ ਨੇ ਤੇ एसटी कैटागरी ਨੂੰ ਕਿੰਨੀਆਂ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ 47 ਸੀਟਸ 84 ਸੀਟਾਂ एससी कैटागरी ਨੂੰ ਤੇ 47 ਸੀਟਾਂ एसटी कैटागरी ਨੂੰ ਅਸੀਂ ਰਿਜ਼ਰਵ ਕੀਤੀਆਂ ਹੋਈਆਂ ਨੇ ਅੰਡਰਸਟੈਂਡ ਸਟਾਰਟਿੰਗ ਇਹਦੀ 10 ਸਾਲ ਵਾਸਤੇ ਹੋਈ ਸੀਗੀ ਬਟ ਟਾਈਮ ਟੂ ਟਾਈਮ ਅਸੀਂ ਇਹਨੂੰ ਐਕਸਟੈਂਡ ਕਰਦੇ ਗਏ ਤੇ ਕਰਦੇ ਗਏ ठीक है जी। अगे जो अपने हम डिस्कशन करनी है अगे गाइस अपनी जी डिस्कशन हैगी आ वो हैगी आ कि फॉर एग्जांपल अपने देखिया कि 84 सीटां दे उपर एससी बंदे दा जिहड़ा कंपीटिशन आ वो एससी नाल ही हो रहा है मतलब एससी दे विचों कोई एक एससी है जिहड़ा वो विनर हो जाऊगा एसटी बंदे दा जिहड़ा कंपीटिशन आ वो किसी एसटी बंदे नाल ही हो रहा है इन्हां दे विचों जिहड़ा भी विनर होगा आखिर नूं बिलोंग तां एसटी कैटागरी नहीं करूगा बिलोंग तो एससी कैटागरी ही करूगा तो इसका मतलब यह नहीं हैगा कि 543 चो आप 84 कढ़तियां 47 कढ़तियां बाकी जिन्नियां पिछे बचियां 300 400 जिन्नियां भी बचियां कि उन्हां सीटां दे उपर एसटी या एससी का कोई हक ही नहीं हैगा मतलब इसका मतलब यह नहीं हैगा कि जिहड़ियां सीटां बाकी बच गईयां जिहड़ियां रिजर्वेशन के अंडर नहीं आउंदियां उत्थे भी एससी या एसटी बंदा जाके कंपीटिशन लड़ सकता है उत्थे जाके भी बंदा इलैक्शन लड़ सकता है जिहड़ा कि एससी कैटागरी नूं बिलोंग करता या एससी कैटागरी नूं बिलोंग करता कहण दा मतलब जिहड़ियां रिजर्व करतियां इत्थे कोई जनरल बंदा नहीं आ सकता पर जिहड़ियां रिजर्व नहीं हैगियां उत्थे इन्हां दे विचों कोई भी बंदा जा सकता है अंडरस्टैंड आ गया समझ अगे अपने जो डिस्कशन करनी है वो हैगी आ अपनी कि लोक सभा की ड्यूरेशन की है इनू ध्यान नाल सुन लियो गाइस अपने हुण तक जिहड़ी लोक सभा की ड्यूरेशन पढ़ी आ इनू लोक सभा की ड्यूरेशन भी कह दिंदे ने या फिर इनू लोक सभा का टेन्योर भी कह दिंदे ने इनू असीं ड्यूरेशन भी कह दिंदे आ ते इनू असीं टेन्योर भी कह दिंदे आ लोक सभा का जिहड़ा आम टेन्योर आया ड्यूरेशन है जिहड़ी आम तौर पर वह मन्नी जाती है 5 साल मतलब कि 5 साल बाद जिहड़ी भी सरकार बनी होगी वो ऑटोमैटिकली डिसेबल हो जाएगी 5 साल बाद जिहड़ी भी सरकार बनी होगी वो 5 साल का अपना टाइम पीरियड पूरा करने तो बाद ऑटोमैटिकली डिसेबल हो जाएगी तो उस तो बाद दोबारा इलैक्शन होणगे दोबारा सरकार बनूगी पर प्रेजिडेंट बनी हुई सरकार नूं मौके तो पहला भी डिसमिस कर सकता है प्रेजिडेंट को ये वाली पावर वो कुछ एक सरकमस्टांसिस होंदे ने कुछ एक हालात कि अगर उस तरह के हालात बनते हैं तो प्रेजिडेंट पहला भी डिसमिस कर सकता है 5 साल पूरे होने तो पहला अगली चीज़ इत्थे ये भी हो सकता है कि प्रेजिडेंट इन्हां 5 की जगह 6 साल की कर दे 7 साल की कर दे 8 साल की कर दे जिहड़ी इहदी ड्यूरेशन आ बट 6 साल की 7 साल की 8 साल की ड्यूरेशन आ जिहड़ी यह सिर्फ और सिर्फ अगर एमरजेंसी लगी हुई आ एमरजेंसी के हालातों च होगी कहण दा मतलब प्रेजिडेंट एमरजेंसी के दिनों के विच जिहड़ा लोक सभा का ड्यूरेशन 5 साल का है उन्होंने एक्सटेंड भी कर सकता है हुण एक्सटेंड करने वास्ते भी शर्तां ने ध्यान नाल सुन लियो एक्सटेंड करने वास्ते शर्तां की ने प्रेजिडेंट 1 साल वास्ते एक्सटेंड कर सकता है 1 साल वास्ते कितना है पहला 5 साल प्रेजिडेंट कितने साल वास्ते एक्सटेंड कर सकता 1 साल वास्ते कितना बन गया 6 साल जिवें ही वो 1 साल पूरा होया बट एमरजेंसी हले खत्म नहीं हुई हैगी तो प्रेजिडेंट इत्थे 1 साल होर एक्सटेंड कर सकता है ठीक है हुण आ वाला 1 साल भी पूरा हो गया तो प्रेजिडेंट दोबारा फिर इत्थे 1 साल होर एक्सटेंड कर सकता है कहण दा मतलब आ एक साल करके कितना मर्जी लंबा प्रोसैस जा सकता पर 1 साल तो वध टाइम एक्सटेंड नहीं कर सकता मतलब 1 साल जो पूरा हो गया एक्सटेंशन वाला उन्होंने दोबारा फिर 1 साल वास्ते एक्सटेंशन करनी पऊगी इवें नहीं हैगा भी चल यार की है थोड़ा आप इकट्ठे 2 साल वास्ते एक्सटेंड कर दें इदां दा नहीं होगा इकट्ठे 3 साल वास्ते एक्सटेंड कर दें यह चीज़ नहीं होगी उन्होंने 1 साल बाद ही एक्सटेंड करना पऊगा अंडरस्टैंड अगली चीज़ की है अगली चीज़ हैगी आ फॉर एग्जाम्पल एमरजेंसी लगी हुई आ तो असी 1 साल वास्ते इनू एक्सटेंड करता
ਐਮਰਜੈਂਸੀ ਲੱਗੀ ਹੋਈ ਆ, ਪ੍ਰੈਜ਼ੀਡੈਂਟ ਨੇ 1 ਸਾਲ ਵਾਸਤੇ ਐਕਸਟੈਂਡ ਕਰਤਾ ਤੇ ਐਮਰਜੈਂਸੀ ਹਟ ਗਈ ਤਾਂ ਹੁਣ ਕੀ ਹੋਊਗਾ, ਹੁਣ ਜਿਹੜੀ ਐਕਸਟੈਂਸ਼ਨ ਹੋਈ ਹੈ ਇਹ ਸਿਰਫ 6 ਮਹੀਨੇ ਦੀ ਰਹੂਗੀ ਕਿ ਜਿਵੇਂ ਹੀ ਐਮਰਜੈਂਸੀ ਹਟਦੀ ਆ ਤੁਸੀਂ 6 ਮਹੀਨੇ ਤੋਂ ਵੱਧ ਆਹ ਵਾਲੇ ਟਾਈਮ ਪੀਰੀਅਡ ਨੂੰ ਐਕਸਟੈਂਡ ਨਹੀਂ ਕਰ ਸਕਦੇ। ਅੰਡਰਸਟੈਂਡ। ਇਸ ਤੋਂ ਬਾਅਦ ਸਾਡੇ ਕੋਲ ਆ ਰਹੀ ਆ ਕਿ ਜਿਹੜਾ 5 ਸਾਲ ਦੇ ਵਿੱਚ ਨਾ ਅਗਰ ਬਾਇਆ ਚਾਂਸ ਸੀਟ ਖਾਲੀ ਹੋ ਜਾਵੇ, ਉਹਨੂੰ ਵੀ ਧਿਆਨ ਨਾਲ ਸੁਣ ਲਓ। ਅਗਰ ਸੀਟ ਇਹਨਾਂ 5 ਸਾਲਾਂ ਦੇ ਵਿੱਚ ਹੀ ਖਾਲੀ ਹੋ ਜਾਵੇ, ਇੱਥੇ ਸਾਰੀਆਂ ਸੀਟਾਂ ਦੀ ਗੱਲ ਨਹੀਂ ਕਰਦੇ ਆਪਾਂ, ਇੱਥੇ ਕੋਈ ਇੱਕ ਸੀਟ ਦੀ ਗੱਲ ਕਰਦੇ ਹਾਂ। ਫੋਰ ਐਗਜ਼ਾਮਪਲ ਟੋਟਲ ਹੈਗੀ ਨੇ ਆਪਣੇ ਕੋਲੇ 543, ਇਹਨਾਂ 543 ਦੇ ਵਿੱਚੋਂ ਕੋਈ ਇੱਕ ਸੀਟ ਖਾਲੀ ਹੋ ਗਈ। ਖਾਲੀ ਹੋਣ ਦਾ ਰੀਜ਼ਨ ਉੱਥੇ ਦੇ ਐਮਪੀ ਨੇ ਰਿਜ਼ਾਈਨ ਦੇਤਾ ਜੀ। ਖਾਲੀ ਹੋਣ ਦਾ ਰੀਜ਼ਨ ਉੱਥੇ ਦੇ ਐਮਪੀ ਦੀ ਡੈਥ ਹੋ ਗਈ ਜੀ। ਕੋਈ ਵੀ ਰੀਜ਼ਨ ਹੋ ਸਕਦਾ, ਕਿਸੇ ਵੀ ਰੀਜ਼ਨ ਕਰਕੇ ਸਰਕਾਰ ਸੀਟ ਖਾਲੀ ਹੋ ਸਕਦੀ ਆ। ਤਾਂ ਜਿਹੜੀ ਉਹ ਕਿਸੇ ਵੀ ਰੀਜ਼ਨ ਕਰਕੇ ਸੀਟ ਖਾਲੀ ਹੋਊਗੀ ਉਹਨੂੰ ਅਸੀਂ ਉੱਥੇ ਦੁਬਾਰਾ ਇਲੈਕਸ਼ਨ ਹੋਣਗੇ, ਉਹਨਾਂ ਇਲੈਕਸ਼ਨਸ ਨੂੰ ਅਸੀਂ ਕਹਾਂਗੇ ਬਾਏ ਇਲੈਕਸ਼ਨ। ਉਹਨਾਂ ਇਲੈਕਸ਼ਨਸ ਨੂੰ ਅਸੀਂ ਕੀ ਕਹਾਂਗੇ, ਬਾਏ ਇਲੈਕਸ਼ਨ। ਤੇ ਜਿਹੜੇ ਬਾਏ ਇਲੈਕਸ਼ਨ ਨੇ ਇਹ ਸੀਟ ਖਾਲੀ ਹੋਣ ਤੋਂ 6 ਮਹੀਨਿਆਂ ਦੇ ਅੰਦਰ ਇਲੈਕਸ਼ਨ ਕਰਵਾਉਣੇ ਪੈਣਗੇ। ਸੀਟ ਖਾਲੀ ਹੋਣ ਦਾ ਰੀਜ਼ਨ ਕੀ ਆ, ਜਾਂ ਤਾਂ ਰਿਜ਼ਾਈਨ ਜਾਂ ਫਿਰ ਡੈਥ। ਤੇ ਉਹਨਾਂ ਨੂੰ ਆਪਾਂ ਕਹਾਂਗੇ ਕਿਹੜੇ ਇਲੈਕਸ਼ਨ, ਬਾਏ ਇਲੈਕਸ਼ਨ। ਤੇ ਬਾਏ ਇਲੈਕਸ਼ਨ ਕਦੋਂ ਹੋਣਗੇ, 6 ਮਹੀਨਿਆਂ ਦੇ ਅੰਦਰ ਕਰਵਾਉਣੇ ਪੈਣਗੇ। ਠੀਕ ਹੈ ਜੀ। ਇਹਦੀ ਆਪਾਂ ਤੁਸੀਂ ਇਹਦੀ ਐਗਜ਼ਾਮਪਲ ਲੈ ਸਕਦੇ ਹੋ, ਰਿਜ਼ਾਈਨ ਵਾਲੀ ਐਗਜ਼ਾਮਪਲ। ਸੰਗਰੂਰ ਹਲਕੇ ਦਾ, ਸੰਗਰੂਰ ਕੌਂਸਟੀਚੁਐਂਸੀ ਦਾ ਭਗਵੰਤ ਮਾਨ ਐਮਪੀ ਸੀਗਾ। ਸੰਗਰੂਰ ਕੌਂਸਟੀਚੁਐਂਸੀ ਦਾ ਭਗਵੰਤ ਮਾਨ ਐਮਪੀ ਸੀਗਾ, ਬਟ ਧੂਰੀ ਹਲਕੇ ਤੋਂ ਭਗਵੰਤ ਮਾਨ ਖੜਿਆ ਵੋਟਾਂ ਦੇ ਵਿੱਚ ਐਮਐਲਏ ਦੀਆਂ। ਉਹਨੇ ਐਮਐਲਏ ਦੇ ਇਲੈਕਸ਼ਨ ਲੜੇ, ਐਮਐਲਏ ਦੇ ਇਲੈਕਸ਼ਨ ਚੋਂ ਜਿੱਤ ਗਿਆ। ਜਿੱਤਣ ਤੋਂ ਬਾਅਦ ਭਗਵੰਤ ਮਾਨ ਬਣ ਗਿਆ ਸੀਐਮ। ਤਾਂ ਇੱਕ ਬੰਦਾ 2 ਪੋਸਟਾਂ ਤੇ ਕਦੇ ਨਹੀਂ ਰਹਿ ਸਕਦਾ, ਕਿਉਂਕਿ ਇੱਕ ਬੰਦਾ 2 ਪੋਸਟਾਂ ਤੇ ਕਦੇ ਨਹੀਂ ਰਹਿ ਸਕਦਾ। ਤਾਂ ਫਿਰ ਉਹਨੂੰ ਜਾਂ ਤਾਂ ਆਪਣੀ ਐਮਐਲਏਸ਼ਿਪ ਤੋਂ ਰਿਜ਼ਾਈਨ ਦੇਣਾ ਪਊਗਾ ਜਾਂ ਆਪਣੀ ਐਮਪੀਸ਼ਿਪ ਤੋਂ ਰਿਜ਼ਾਈਨ ਦੇਣਾ ਪਊਗਾ। ਹੁਣ ਕਿਉਂਕਿ ਉਹਨੇ ਸੀਐਮ ਬਣਨਾ ਸੀ, ਇਸ ਕਰਕੇ ਉਹਨੇ ਐਮਪੀਸ਼ਿਪ ਤੋਂ ਰਿਜ਼ਾਈਨ ਕਰਤਾ। ਹੁਣ ਜਦੋਂ ਸੰਗਰੂਰ ਹਲਕੇ ਵਾਲੀ ਐਮਪੀਸ਼ਿਪ ਤੋਂ ਰਿਜ਼ਾਈਨ ਕਰਤਾ, ਬਿਕੋਜ਼ ਆਫ ਰਿਜ਼ਾਈਨ ਉਹ ਸੀਟ ਖਾਲੀ ਹੋ ਗਈ। ਤਾਂ ਉਸ ਤੋਂ ਸਹੀ 3 ਮਹੀਨਿਆਂ ਤੋਂ ਬਾਅਦ ਹੀ, ਮੈंने ਤਾਂ ਗੱਲ ਕੀਤੀ ਹੈ 6 ਮਹੀਨੇ ਦੇ ਅੰਦਰ, ਉਹ 6 ਮਹੀਨੇ ਦੇ ਅੰਦਰ ਇਲੈਕਸ਼ਨ ਕਦੇ ਵੀ ਹੋ ਸਕਦੇ ਨੇ। ਤਾਂ 3 ਮਹੀਨੇ ਤੋਂ ਬਾਅਦ ਹੀ ਆਪਾਂ ਨੇ ਦੇਖਿਆ ਸੀਗਾ ਇਲੈਕਸ਼ਨ ਹੋਏ ਸੀਗੇ, ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੋਟਾਂ 'ਚ ਖੜਿਆ ਸੀਗਾ, ਜਿਹਦੇ ਵਿੱਚ ਗੁਰਮੈਲ ਸਿੰਘ ਘਰਾਚੋਂ ਵੋਟਾਂ 'ਚ ਖੜਿਆ ਸੀਗਾ, ਜਿਹਦੇ ਵਿੱਚ ਗੋਲਡੀ ਵੋਟਾਂ 'ਚ ਖੜਿਆ ਸੀਗਾ। ਠੀਕ ਹੈ। ਔਰ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੋਟਾਂ 'ਚੋਂ ਜਿੱਤ ਗਿਆ ਸੀਗਾ, ਐਮਪੀ ਬਣਿਆ ਸੀਗਾ। ਉਹ ਕਿਹੜੇ ਇਲੈਕਸ਼ਨ ਸੀਗੇ, ਉਹ ਬਾਏ ਇਲੈਕਸ਼ਨ ਸੀਗੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਊਗਾ। ਤੇ ਇਸ ਤੋਂ ਬਾਅਦ ਗਾਇਸ ਸਾਡੇ ਕੋਲ ਆ ਰਿਹਾ ਹੈ ਓਥ, ਕਸਮ। ਓਥ ਕੋਈ ਵੀ ਲੀਡਰ, ਕੋਈ ਵੀ ਕੈਂਡੀਡੇਟ ਜਿਹੜਾ ਵੋਟਾਂ 'ਚੋਂ ਜਿੱਤਦਾ ਹੈ, ਕੋਈ ਵੀ ਕੈਂਡੀਡੇਟ ਜਿਹੜਾ ਵੋਟਾਂ 'ਚੋਂ ਜਿੱਤਦਾ ਹੈ, ਉਹਨੂੰ ਕਸਮ ਪਤਾ ਕੌਣ ਚੁਕਾਏਗਾ, ਉਹਨੂੰ ਕਸਮ ਚੁਕਾਏਗਾ ਪ੍ਰੈਜ਼ੀਡੈਂਟ। ਉਹਨੂੰ ਕਸਮ ਚੁਕਾਏਗਾ ਪ੍ਰੈਜ਼ੀਡੈਂਟ। ਇੱਥੇ ਤੱਕ ਤੁਹਾਨੂੰ ਸਮਝ ਆ ਗਿਆ। ਇਹ ਹੈਗੀ ਹੈ ਆਪਣੀ ਸਾਰੀ ਦੀ ਸਾਰੀ ਲੋਕ ਸਭਾ। ਲੋਕ ਸਭਾ 'ਚ ਕੀ ਕੁਝ ਹੁੰਦਾ ਹੈ ਆਪਾਂ ਇਹ ਸਾਰਾ ਡਿਸਕਸ ਕਰ ਲਿਆ। ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਰਾਜ ਸਭਾ ਬਾਰੇ। ਇਹਦੇ ਨਾਲ ਦੀਆਂ ਤੁਹਾਨੂੰ ਡਿਟੇਲ ਚਾਹੀਦੀ ਆ, ਜਾਂ ਫਿਰ ਆਪਾਂ ਇੱਕ ਹੋਰ ਸੀਰੀਜ਼ ਸ਼ੁਰੂ ਕੀਤੀ ਹੋਈ ਆ ਟੌਪਿਕ ਆਫ ਦੀ ਡੇ, ਤੁਹਾਨੂੰ ਉਹ ਸੀਰੀਜ਼ ਚਾਹੀਦੀ ਆ। ਸੋ ਤੁਸੀਂ WhatsApp ਗਰੁੱਪ ਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਮਿਲੇ, ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਮਿਲੇ, ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੇ। ਠੀਕ ਹੈ, ਜੁੜੇ ਰਹੋ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵਾਲਾ ਲੈਕਚਰ ਸਾਰਾ ਸਮਝ ਆ ਗਿਆ ਹੋਊਗਾ। ਸੋ ਥੈਂਕ ਯੂ।